ਜਿੱਥੇ ਕਿ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਰੇਲ ਅੰਦੋਲਨ ਰੋਕੋ ਅੰਦੋਲਨ ਕੀਤਾ ਜਾ ਰਿਹਾ, ਉੱਥੇ ਹੀ ਕਿਸਾਨਾਂ ਵੱਲੋਂ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਘਰ ਦਾ ਵੀ ਘਿਰਾਓ ਕੀਤਾ ਹੋ ਰਿਹਾ। ਉੱਥੇ ਹੀ ਅੱਜ ਅਸੀਂ ਖੜੇ ਹਾਂ ਪਾਇਲ ਦੇ ਵਿੱਚ, ਜਿੱਥੇ ਕਿ ਪੰਜਾਬ ਭਾਜਪਾ ਦੇ ਇਹ ਕਿਸਾਨ ਮੋਰਚਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਉਹਨਾਂ ਦੇ ਘਰ ਦਾ ਘਿਰਾਓ ਕਿਸਾਨਾਂ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਭਾਜਪਾ ਨੇ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਹਨ, ਉਹਨਾਂ ਦੇ ਖਿਲਾਫ ਅਸੀਂ ਇਹਨਾਂ ਦੇ ਘਰਾਂ ਦੇ ਮੂਹਰੇ ਪੱਕੇ ਧਰਨੇ ਦੇਵਾਂਗੇ। ਅਸੀਂ ਗੱਲ ਕਰਦੇ ਹਾਂ ਜੀ ਚੀਮਾ ਜੀ ਨਾਲ, ਇਹਨਾਂ ਨੂੰ ਪੁੱਛਦੇ ਹਾਂ ਵੀ ਜਿਹੜਾ ਇਹ ਬਿੱਲ ਹੈਗਾ ਇਹਦੇ ਵਿੱਚ ਕੀ ਹੈ। ਤੇ ਹਾਂਜੀ ਚੀਮਾ ਜੀ, ਜਿਹੜਾ ਇਹਨਾਂ ਵੱਲੋਂ ਤੁਹਾਡੇ ਘਰ ਦਾ ਧਰਨੇ ਦਿੱਤੇ ਗਏ ਨੇ, ਭਾਜਪਾ ਦੇ ਹੋਰ ਵੀ ਆਗੂਆਂ ਦੇ ਘਿਰਾਓ ਕੀਤੇ ਗਏ ਨੇ, ਕੀ ਕਹਿਣਾ ਚਾਹੁੰਦੇ ਜੀ? ਦੇਖੋ, ਲੋਕਤੰਤਰ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਸਾਡੇ ਦੇਸ਼ ਦੇ ਵਿੱਚ ਆਜ਼ਾਦੀ ਹੈ ਆਪਣੀ ਗੱਲ ਕਹਿਣ ਦੀ, ਆਪਣੀ ਗੱਲ ਰੱਖਣ ਦੀ, ਰੋਸ ਮੁਜ਼ਾਹਰੇ ਕਰਨ ਦੀ, ਰੋਸ ਪ੍ਰਦਰਸ਼ਨ ਕਰਨ ਦੀ। ਸੋ ਸਾਡੇ ਕਿਸਾਨ ਭਰਾ ਅੱਜ ਮੇਰੇ ਘਰ ਦੇ ਅੱਗੇ ਜਿਹੜਾ ਆਏ ਹੈ ਰੋਸ ਪ੍ਰਦਰਸ਼ਨ ਕਰਨ, ਮੈਂ ਤਾਂ ਕਿਉਂਕਿ ਉਹਨਾਂ ਦਾ ਹੀ ਬੱਚਾ, ਉਹਨਾਂ ਦਾ ਬੇਟਾ, ਉਹਨਾਂ ਦਾ ਜਿਉਂ ਆਇਆ ਨੂੰ ਹੈ, ਉਹਨਾਂ ਦੀ ਜਿਹੜੀ ਇੱਥੇ ਗੱਲ ਹੈ ਉਹ ਮੈਂ ਸੁਣ ਰਿਹਾ ਬੈਠਾ। ਤੇ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਕਿ ਕਿਸਾਨ ਜਿਹੜੇ ਆਰਡੀਨੈਂਸ ਖੇਤੀ ਬਾਰੇ 3 ਆਰਡੀਨੈਂਸ ਪਾਸ ਕੀਤੇ ਆ, ਉਹਨਾਂ ਆਰਡੀਨੈਂਸਾਂ ਦੇ ਬਾਰੇ ਜੋ ਮੈਂ ਦੇਖ ਰਿਹਾ ਪਿਛਲੇ ਦਿਨਾਂ ਤੋਂ ਕਿ ਉਹਨਾਂ ਆਰਡੀਨੈਂਸਾਂ ਦੇ ਬਾਰੇ ਟੋਟਲ ਜਿਹੜਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ। ਜੋ ਉਸ ਆਰਡੀਨੈਂਸ ਦੇ ਵਿੱਚ ਲਿਖਿਆ, ਮੈਂ ਕੋਈ ਫਾਲਤੂ ਗੱਲ ਨਹੀਂ ਕਰਦਾ, ਉਹ ਆਰਡੀਨੈਂਸ ਦੀਆਂ ਪੰਜਾਬੀ ਦੇ ਵਿੱਚ ਕਾਪੀਆਂ ਕਰਵਾਈਆਂ। ਮੈਂ ਪਿੰਡਾਂ ਦੇ ਸੱਥਾਂ ਦੇ ਵਿੱਚ ਜਾ ਕੇ ਉਹ ਕਾਪੀਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦਊਂਗਾ। ਤੇ ਉਹਨਾਂ ਕਾਪੀਆਂ ਤੇ, ਕਿਉਂਕਿ ਜੋ ਉਸ ਕਾਨੂੰਨ ਦੇ ਵਿੱਚ ਲਿਖਿਆ, ਕਾਨੂੰਨ ਨੂੰ ਜੋ ਸਾਡੇ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਕੋਈ ਸ਼ਬਦ ਲਿਖਿਆ ਜਾਂਦਾ ਉਹਨੂੰ ਆਪਾਂ ਇੱਧਰ ਉੱਧਰ ਨਹੀਂ ਕਰ ਸਕਦੇ ਹੁੰਦੇ। ਉਸ ਕਾਨੂੰਨ ਦੇ ਵਿੱਚ ਜੋ ਗੱਲਾਂ ਲਿਖੀਆਂ ਮੈਂ ਪਿਛਲੇ ਦਿਨ ਦੇ ਵਿੱਚ ਦੇਖ ਰਿਹਾ ਕਿ ਉਸ ਤੋਂ ਉਲਟ ਸਾਡੇ ਭਰਾਵਾਂ ਨੂੰ ਦੱਸੀਆਂ ਜਾ ਰਹੀਆਂ। ਸੋ ਮੈਂ ਉਸ ਆਰਡੀਨੈਂਸ ਦੀਆਂ ਕਾਪੀਆਂ ਨੂੰ ਲੈ ਕੇ ਵੀ ਜਿੱਥੇ ਪਿੰਡਾਂ ਦੇ ਵਿੱਚ ਜਾਊਂਗਾ ਤੇ ਉੱਥੇ ਉਹਨਾਂ ਦੇ ਨਾਲ ਬਿਠਾ ਕੇ ਇਹਦੇ ਵਿੱਚ ਦੱਸੋ ਕਿਹੜਾ ਅੱਖਰ, ਕਿਹੜਾ ਸ਼ਬਦ ਕਿਸਾਨ ਦੀ ਹਿੱਤ ਦੇ ਵਿੱਚ ਨਹੀਂ ਜਾਂਦਾ। ਜਿਹੜੀ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਕਿਸਾਨ ਭਰਾਵਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਕੰਟਰੈਕਟ ਫਾਰਮਿੰਗ, ਵਪਾਰੀ ਤੁਹਾਡੇ ਆ ਕੇ ਕੰਟਰੈਕਟ ਕਰਨਾ ਪਊ, ਫਸਲਾਂ ਆਪਣੇ ਮਨਮਰਜ਼ੀ ਨਾਲ ਖਰੀਦਣਗੀਆਂ। ਇਸ ਐਕਟ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿਸਾਨ ਦੇ ਲਈ ਕਿ ਤੈਨੂੰ ਕੰਟਰੈਕਟ ਕਰਨਾ ਲਾਜ਼ਮੀ ਹੈ, ਤੂੰ ਹਰ ਇੱਕ ਫਸਲ ਦਾ ਕੰਟਰੈਕਟ ਕਰਨਾ ਹੈ। ਪਰ ਉਸ ਦੇ ਉਲਟ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਕੰਟਰੈਕਟ, ਜਿਸ ਤਰ੍ਹਾਂ ਕਿਸਾਨ ਆਪਣੇ ਉਸ ਦੇ ਲਈ ਕੰਟਰੈਕਟ ਕਰਨਾ ਲਾਜ਼ਮੀ ਹੈ। ਕਿਸਾਨ ਆਜ਼ਾਦ ਹੈ, ਜੋ ਆਪਣਾ ਚਾਹਵੇ ਫਸਲ ਦਾ ਕੰਟਰੈਕਟ ਕਰ ਸਕਦਾ, ਨਹੀਂ ਚਾਹਵੇ ਆਪਣੀ ਫਸਲ ਵੇਚ ਕੇ ਮੰਡੀ ਦੇ ਵਿੱਚ ਜਾ ਕੇ ਵੇਚ ਸਕਦਾ। ਇਸੇ ਢੰਗ ਦੇ ਨਾਲ ਮੰਡੀਆਂ ਵੀ ਖੁੱਲੀਆਂ, ਆੜਤੀ ਸਿਸਟਮ ਵੀ ਖੁੱਲ੍ਹਾ, ਪਰ ਉਸ ਦੇ ਨਾਲ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿ ਰਿਹਾ ਸਾਡੇ ਭਰਾਵਾਂ ਲਈ ਇੱਕ ਐਕਸਟਰਾ ਪਲੇਟਫਾਰਮ ਦਿੱਤਾ ਕਿ ਜਿਹੜੇ ਲੋਕ ਆਰਗੈਨਿਕ ਖੇਤੀ ਕਰਨਾ ਚਾਹੁੰਦੇ ਆ, ਜਿਹੜੇ ਲੋਕ ਪ੍ਰੋਗਰੈਸਿਵ ਖੇਤੀ ਕਰਨਾ ਚਾਹੁੰਦੇ ਆ, ਉਹਨਾਂ ਲਈ ਸਰਕਾਰ ਇੱਕ ਪਲੇਟਫਾਰਮ ਮੁਹੱਈਆ ਕਰਾ ਰਹੀ ਹੈ ਕਿ ਤੁਸੀਂ ਇਸ ਪਲੇਟਫਾਰਮ ਤੇ ਆ ਕੇ ਜੇ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਇਸ ਪਲੇਟਫਾਰਮ ਤੇ ਚੜ ਸਕਦੇ ਹੋ, ਤਰੱਕੀ ਕਰ ਸਕਦੇ ਹੋ। ਨਹੀਂ, ਜੇ ਗੱਲ ਕੀਤੀ ਜਾਵੇ ਜਿਵੇਂ ਆਮ ਆਦਮੀ ਪਾਰਟੀ, ਅਕਾਲੀ ਦਲ ਹੋ ਗਿਆ, ਤੁਹਾਡੀ ਭਾਈਵਾਲ ਪਾਰਟੀ ਸੀ ਅਕਾਲੀ ਦਲ ਸੀ ਜਿਹੜੀ, ਉਹ ਵੀ ਅੱਜ ਪ੍ਰੋਟੈਸਟ ਵੱਡੇ ਲੈਵਲ ਤੇ ਕਰ ਰਹੀ ਆ। ਉਹ ਜੇ ਉਹਨਾਂ ਨੂੰ ਵੀ ਕਿਉਂ ਨਹੀਂ ਤੁਸੀਂ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਜਿਹੜਾ ਆਰਡੀਨੈਂਸ ਆ ਕਿਸਾਨ ਵਿਰੋਧੀ ਨਹੀਂ ਹੈਗਾ, ਉਹ ਵੀ ਕਹਿ ਰਹੇ ਨੇ ਕਿਸਾਨ ਵਿਰੋਧੀ ਹੈਗਾ ਜੀ। ਜਿਹੜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਸਾਡੀ ਭਾਈਵਾਲ ਪਾਰਟੀ ਹੁਣ ਤੱਕ ਰਹੀ ਹੈ। ਕੋਈ ਰਾਜਨੀਤਿਕ ਰਿਸ਼ਤਾ ਨਹੀਂ ਸੀ ਹੈਗਾ, ਇਹ ਰਾਜਨੀਤਿਕ ਗੱਠਜੋੜ ਨਹੀਂ ਸੀ ਹੈਗਾ। ਇਸ ਗੱਠਜੋੜ ਨੇ ਬੜੀਆਂ ਵੱਡੀਆਂ ਪ੍ਰਾਪਤੀਆਂ ਪੰਜਾਬ ਦੇ ਲਈ ਕੀਤੀਆਂ। 84 ਦੇ ਦੋਸ਼ੀਆਂ ਨੂੰ ਉਹਨਾਂ ਨੂੰ ਅੰਦਰ ਕਰਾਇਆ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ। ਆ ਹੁਣ ਪਿੱਛੇ ਜੇ ਹਰਮੰਦਰ ਸਾਹਿਬ ਦੇ ਜਿਹੜੀ FTA ਦੇ ਵਿੱਚ ਫੰਡਿੰਗ ਬਾਹਰੋਂ ਜਿੰਨੀ ਮਰਜ਼ੀ ਕਰਵਾ ਸਕਦੇ ਆ, ਇੱਦਾਂ ਦੇ ਹੋਰ ਅਨੇਕਾਂ ਕੰਮ ਪੰਜਾਬ ਦੇ ਲਈ ਜਿਹੜੇ ਅੱਜ ਤੱਕ ਨਹੀਂ ਸੀ ਹੋਏ, ਇਹ ਗੱਠਜੋੜ ਨੇ ਕੀਤੇ ਆ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਆਰਡੀਨੈਂਸਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਿਉਂ ਕਰ ਰਿਹਾ, ਮੈਂ ਇਹਦਾ ਜਵਾਬ ਵੀ ਤੁਹਾਡੇ ਕੋਲ ਹੈ, ਲੋਕਾਂ ਕੋਲ ਵੀ ਹੈ ਕਿ ਅੱਜ ਜਦੋਂ 5 ਜੂਨ ਤੋਂ ਲੈ ਕੇ ਹੁਣ ਤੱਕ ਇਹ ਜਦੋਂ ਆਰਡੀਨੈਂਸ ਪਾਸ ਹੋਇਆ, ਸ਼੍ਰੋਮਣੀ ਅਕਾਲੀ ਦਲ ਦੇ ਸਾਹਿਬ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਜਿੰਨੇ ਸਾਡੇ ਬੁਲਾਰੇ ਸਪੋਕਸਮੈਨ ਸੀ ਸ਼੍ਰੋਮਣੀ ਅਕਾਲੀ ਦਲ ਦੇ, ਸਾਰਿਆਂ ਨੇ ਇਸ ਆਰਡੀਨੈਂਸ ਦੀਆਂ ਜਿਹੜੀਆਂ ਤਾਰੀਫਾਂ ਕੀਤੀਆਂ, ਇਸ ਆਰਡੀਨੈਂਸ ਬਾਰੇ ਦੱਸਿਆ ਕਿ ਕਿਸਾਨਾਂ ਦੇ ਹਿੱਤ 'ਚ ਹੈ। ਇੱਥੋਂ ਤੱਕ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿਸਾਨਾਂ ਦੇ ਮਸੀਹਾ ਮੰਨੇ ਜਾਂਦੇ ਸੀ, ਕਿਸਾਨ ਹਿੰਦੁਸਤਾਨ ਦੇ ਵੱਡੇ ਕਿਸਾਨ ਨੇਤਾ ਮੰਨੇ ਜਾਂਦੇ ਆ, ਉਹਨਾਂ ਨੇ ਵੀ ਇਹਦੇ ਬਿੱਲ ਦੇ ਹੱਕ ਦੇ ਵਿੱਚ ਕਿਹਾ ਕਿ ਇਸ ਬਿੱਲ ਦੇ ਆਉਣ ਨਾਲ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਹੋਊ, ਉਹਨਾਂ ਦੀ ਇਨਕਮ ਵਧੀਆ ਹੋਊ, ਇੱਕ ਰੈਵੋਲੂਸ਼ਨ ਲੈ ਕੇ ਆਊਗਾ ਇਹ ਬਿੱਲ ਖੇਤੀ ਦੇ ਵਿੱਚ। ਪਰ ਅੱਜ ਉਹਨਾਂ ਨੇ ਜਿਹੜਾ ਇੱਕੋ ਦਮ ਯੂ ਟਰਨ ਲਿਆ, ਉਹਦੇ ਬਾਰੇ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਕੀ ਮਜਬੂਰੀਆਂ, ਕੀ ਉਹਨਾਂ ਦੀਆਂ ਸਿਆਸੀ ਮਜਬੂਰੀਆਂ ਹੋ ਸਕਦੀਆਂ ਜਿਹਦੇ ਕਰਕੇ ਉਹਨਾਂ ਨੇ ਯੂ ਟਰਨ ਲਿਆ। ਅਦਰਵਾਈਜ਼ ਬਿੱਲ ਦੇ ਵਿੱਚ ਤਾਂ ਕੋਈ ਐਸੀ ਸਮੱਸਿਆ ਨਹੀਂ ਸੀ। ਇਹ ਲੋਕ ਹੁਣ ਤੱਕ ਆਪ ਹੀ ਸਮਝਾਉਂਦੇ ਰਹੇ ਆ ਕਿ ਬਿੱਲ ਬਹੁਤ ਵਧੀਆ ਸੀਗਾ।
ਜੇ ਰਾਹੁਲ ਗਾਂਧੀ ਵੀ ਜਿਹੜੇ ਪੰਜਾਬ ਦਾ ਟਰੈਕਟਰ ਰੈਲੀਆਂ ਕਰਨ ਜਾ ਰਹੇ ਨੇ 3 ਤਰੀਕ ਤੋਂ ਪੂਰੇ ਪੰਜਾਬ ਦੇ ਨਾਲ ਨਾਲ ਕਈ ਸੂਬਿਆਂ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਜਾਣਗੇ, ਉਹਨਾਂ ਦਾ ਵੀ ਕਹਿਣਾ ਜਿਹੜੇ ਆਰਡੀਨੈਂਸ ਨਹੀਂ ਹੈਗੇ ਕਿ ਇਹ ਰਾਜਨੀਤੀ ਹੋ ਰਹੀ ਹੈ ਜਾਂ ਫਿਰ ਇਹ ਕਿਸਾਨਾਂ ਦੇ ਹੱਕ ਵਿੱਚ ਨੇ ਜਾਂ ਬੀਜੇਪੀ ਹੀ ਇਕੱਲੀ ਰਾਜਨੀਤੀ ਕਰ ਰਹੀ ਹੈ। ਦੇਖੋ, ਇਹਨਾਂ ਬਿੱਲਾਂ ਤੇ ਅੱਜ ਟੋਟਲ ਰਾਜਨੀਤੀ ਹੋ ਰਹੀ ਹੈ, ਕਿਉਂਕਿ 2022 ਦੇ ਇਲੈਕਸ਼ਨ ਦੇ ਯੁੱਧ ਦੀ ਤਿਆਰੀ ਕੀਤੀ ਜਾ ਰਹੀ ਹੈ। 2022 ਦੇ ਇਲੈਕਸ਼ਨ ਦੇ ਯੁੱਧ ਦੇ ਲਈ ਹਰ ਪਾਰਟੀ ਆਪਣੀ ਸਿਆਸੀ ਜ਼ਮੀਨ ਭਾਲਣ ਦੇ ਲਈ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਆਪਣੀ ਰਫਲ ਚਲਾਉਣਾ ਚਾਹੁੰਦੀ ਹੈ। ਰਾਹੁਲ ਗਾਂਧੀ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਅੱਜ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਰਹੇ ਸੀ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ 'ਚ ਡੁੱਬਿਆ ਨੌਜਵਾਨ ਕਿਸਾਨ ਕਹਿ ਰਹੇ ਸੀ, ਅੱਜ ਉਹ ਉਹਨਾਂ ਕਿਸਾਨਾਂ ਦੀ ਗੱਲ ਕਰਨ ਲਈ ਆ ਰਹੇ ਆ। ਜਿਸ ਕਾਂਗਰਸ ਨੂੰ ਸਾਰੇ ਦੇਸ਼ ਦੇ ਲੋਕਾਂ ਨੇ ਨਕਾਰਤਾ ਬੁਰੀ ਤਰ੍ਹਾਂ, ਜਿਹੜੀ ਕਦੇ ਦੇਸ਼ ਦੀ ਵੱਡੀ ਪਾਰਟੀ ਹੁੰਦੀ ਸੀ, ਆਪਣੀਆਂ ਨੀਤੀਆਂ ਕਾਰਨ, ਆਪਣੀਆਂ ਪਾਲਿਸੀਆਂ ਕਾਰਨ ਅੱਜ ਉਹ ਬਿਲਕੁਲ ਸਿਮਟ ਕੇ ਥੋੜੀਆਂ ਜਿਹੀਆਂ ਸੀਟਾਂ ਤੇ ਰਹਿ ਗਈ ਹੈ ਤੇ ਅੱਜ ਉਸ ਤੇ ਨੇਤਾ ਆਪਣੀ ਸਿਆਸੀ ਜ਼ਮੀਨ ਦੀ ਤਲਾਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਅਲਵਲਲੀਆਂ ਗੱਲਾਂ ਕਰ ਰਹੇ ਆ। ਸੋ ਜਿਹੜੀਆਂ ਵੀ ਗੱਲਾਂ ਕਰ ਰਹੇ, ਜਿਸ ਤਰ੍ਹਾਂ ਤੁਸੀਂ ਰਾਹੁਲ ਜੀ ਕਿਹਾ ਕਿ ਰਾਹੁਲ ਗਾਂਧੀ ਜੀ ਪੰਜਾਬ ਦੇ ਵਿੱਚ ਆ ਰਹੇ ਆ, ਸੋ ਇਸ ਤੋਂ ਪਹਿਲਾਂ ਜੋ ਉਹਨਾਂ ਨੇ ਗੱਲਾਂ ਕੀਤੀਆਂ, ਜੋ ਉਸ ਦੇ ਐਂਟੀ ਉਹ ਪੰਜਾਬ ਦੇ ਵਿੱਚ ਆ ਰਹੇ ਆ, ਇਹ ਸਾਰੀਆਂ ਰਾਜਨੀਤਿਕ ਖੇਡਾਂ ਚੱਲੀਆਂ ਜਾ ਰਹੀਆਂ। ਜੇ ਜਿਵੇਂ ਹੁਣ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੇ ਵਿੱਚ ਹੀ ਕਿਸਾਨ ਸਾਰੇ ਧਰਨਿਆਂ ਤੇ ਆ ਚੁੱਕੇ ਨੇ, ਹੋਰ ਨੇ ਕਿ ਭਾਜਪਾ ਉਹਨਾਂ ਨੂੰ ਸਮਝਾਉਣ 'ਚ ਕਿਉਂ ਕਾਮਯਾਬ ਨਹੀਂ ਹੋਈ? ਤੁਸੀਂ ਕਹਿ ਰਹੇ ਹੋ ਰਾਜਨੀਤੀ ਕਰੀ ਜਾ ਰਹੀ ਆ ਵੀ ਇਲੈਕਸ਼ਨ ਦੀ ਤਿਆਰੀ ਆ, ਪਰ ਜਿਹੜੇ ਕਿਸਾਨ ਨੇ ਜਾਂ ਸਿੰਗਰ ਨੇ ਉਹ ਧਰਨਿਆਂ ਦੇ ਉੱਤੇ ਆਏ ਨੇ, ਪ੍ਰਦਰਸ਼ਨ ਦੇ ਉੱਤੇ ਆਏ ਨੇ, ਉਹਨਾਂ ਨਾਲ ਵਪਾਰੀ ਵੀ ਜਿਹੜੇ ਨੇ ਰੋਸ ਕਰਨ ਜਾ ਰਹੇ ਨੇ, ਕਿ ਉਹਨਾਂ ਨੂੰ ਕਿਸੇ ਨੂੰ ਵੀ ਸਮਝ ਹੈ ਨਹੀਂ, ਇਕੱਲੇ ਭਾਜਪਾ ਨੂੰ ਹੀ ਸਮਝ ਆ ਆਰਡੀਨੈਂਸ ਬਾਰੇ ਜੀ? ਨਹੀਂ, ਮੈਂ ਇਹ ਗੱਲ ਨਹੀਂ ਕਹੂੰਗਾ। ਸਾਰੇ ਭਰਾ ਜਿਹੜੇ ਸਾਡੇ ਆ ਬੜੇ ਸਮਝਦਾਰ ਹੈ, ਪਰ ਜਿਹੜੀ ਇਹ ਵੀ ਅਸਲੀਅਤ ਹੈ ਕਿ ਜਿੰਨੇ ਮੇਰੇ ਭਰਾ ਹੁਣ ਬਾਹਰ ਧਰਨੇ ਤੇ ਬੈਠੇ ਆ, ਜੇ ਆਪਾਂ ਉਹਨਾਂ ਨਾਲ ਜਾ ਕੇ ਗੱਲ ਕਰੀਏ, ਇਹ ਅਸਲੀਅਤ ਹੋਊਗੀ। ਕੋਈ ਮੈਂ ਕੌੜੀ ਗੱਲ ਵੀ ਹੈ ਕਿ ਉਹਨਾਂ ਚੋਂ ਬਹੁਤ ਜ਼ਿਆਦਾ ਲੋਕਾਂ ਨੂੰ ਇਹਨਾਂ ਬਿੱਲਾਂ ਬਾਰੇ ਇੱਕ ਲਾਈਨ ਵੀ ਸ਼ਾਇਦ ਨਾ ਪੜ੍ਹੀ ਹੋਵੇ। ਸੋ ਇਸੇ ਕਰਕੇ ਇਹਦੇ 'ਚ ਸਾਡੀ ਗਲਤੀ ਹੈ, ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਮਜ਼ੋਰੀ ਰਹੀ ਹੈ ਕਿ ਅਸੀਂ ਲੋਕਾਂ ਤੱਕ ਅਪਰੋਚ ਕਰਨ 'ਚ ਅਜੇ ਤੱਕ ਉਹਨੇ ਸਕਸੈਸ ਨਹੀਂ ਹੋ ਸਕੇ। ਅਸੀਂ ਲੋਕਾਂ ਦੇ ਵਿੱਚ ਉਸ ਢੰਗ ਦੇ ਨਾਲ ਜਾ ਨਹੀਂ ਸਕੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਆਹਵਾਨ ਕੀਤਾ ਗਿਆ ਸੀ, ਮੈਂ ਸਮਝਦਾ ਉਹ ਬੜਾ ਮਾੜੀ ਗੱਲ ਕੀਤੀ ਗਈ ਹੈ ਕਿ ਜਿਸ ਢੰਗ ਦੇ ਨਾਲ ਅੱਜ ਤੱਕ ਜਦੋਂ ਮਾੜਾ ਦੌਰ ਸੀ, ਕਾਲਾ ਦੌਰ ਸੀ ਪੰਜਾਬ ਦੇ ਵਿੱਚ, ਕਿਉਂਕਿ ਮੈਂ ਉਹ ਸਮਾਂ ਵੀ ਦੇਖਿਆ, ਉਸ ਸਮੇਂ ਵੀ ਕਦੇ ਇਹੋ ਜਿਹੀਆਂ ਗੱਲਾਂ ਨਹੀਂ ਹੋਈਆਂ ਕਿ ਜੋ ਕੋਈ ਭਾਰਤੀ ਜਨਤਾ ਪਾਰਟੀ ਦਾ ਨੇਤਾ ਪਿੰਡਾਂ 'ਚ ਆਊਗਾ ਉਹਦਾ ਘਿਰਾਓ ਕੀਤਾ ਜਾਊਗਾ। ਮੈਂ ਪੁੱਛਣਾ ਚਾਹੁੰਦਾ ਕਿ ਭਰਾਓ, ਤੁਸੀਂ ਧਰਨੇ ਰੋਸ ਪ੍ਰਦਰਸ਼ਨ ਕਰ ਰਹੇ ਹੋ, ਰੇਲਾਂ ਰੋਕ ਰਹੇ ਹੋ, ਤੁਹਾਨੂੰ ਕੋਈ ਰੋਕ ਰਿਹਾ? ਕਿਉਂਕਿ ਸਾਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ। ਜੇ ਭਾਰਤੀ ਜਨਤਾ ਪਾਰਟੀ ਦੇ ਲੋਕ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਤੇ ਉਹਦੇ 'ਚ ਸਮੱਸਿਆ ਕੀ ਹੈ? ਮੈਂ ਸਮਝਦਾ ਇਹਦੇ ਪਿੱਛੇ ਵੀ ਜਿਹੜੀ 2022 ਦੀ ਗੱਲ ਹੈ, ਇਸ ਅਨਾਉਂਸਮੈਂਟ ਦੇ ਪਿੱਛੇ ਵੀ ਉਸੇ ਨਿਸ਼ਾਨੇ ਨੂੰ ਲੈ ਕੇ ਤੀਰ ਚਲਾਇਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਜੇ ਪਿੰਡਾਂ 'ਚ ਆ ਗਏ, ਉਹਨਾਂ ਨੇ ਆ ਕੇ, ਕਿਉਂਕਿ ਅਸੀਂ ਪੰਜਾਬੀ ਦੇ ਵਿੱਚ ਉਸ ਨੂੰ ਅਨੁਵਾਦ ਕਰਾਇਆ ਉਸ ਕਾਨੂੰਨ ਨੂੰ, ਉਸ ਕਾਨੂੰਨ ਦੀਆਂ ਇੱਕ ਜਦੋਂ ਜਿਹੜੀਆਂ ਕੁੰਡੀਆਂ ਉਹ ਕਿਸਾਨਾਂ ਨਾਲ ਸਾਂਝੀਆਂ ਕਰਨੀਆਂ ਤੇ ਕਿਤੇ ਕਿਸਾਨ ਇਸ ਬਾਰੇ ਜਾਗਰਤ ਨਾ ਹੋ ਜਾਣ, ਇਸ ਗੱਲ ਕਰਕੇ ਇਹੋ ਜਿਹੇ ਆਹਵਾਨ ਦਿੱਤੇ ਜਾ ਰਹੇ ਆ। ਔਰ ਕਿਉਂਕਿ ਮੇਰੇ ਜਿਹੜੇ ਕਿਸਾਨ ਭਰਾ ਸਾਰੇ ਬੜੀ ਸੂਝ-ਬੂਝ ਵਾਲੇ ਆ, ਮੈਂ ਉਹਨਾਂ ਨੂੰ ਇਦਾਂ ਦੀ ਗੱਲ ਨਹੀਂ ਕਹਿ ਸਕਦਾ, ਪਰ ਇਹ ਗੱਲ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਉਸ ਬਿੱਲ ਨੂੰ ਪੜ੍ਹਨ ਦੀ ਅਣਹੋਂਦ ਜ਼ਰੂਰ ਰੜਕ ਰਹੀ ਹੈ। ਉਸ ਨੂੰ ਪੂਰਾ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਆਪਣੇ ਭਰਾਵਾਂ 'ਚ ਜਾ ਕੇ, ਪਿੰਡਾਂ 'ਚ ਜਾ ਕੇ, ਸੱਥਾਂ 'ਚ ਉਹ ਕਾਪੀਆਂ ਰੱਖ ਕੇ ਡਿਬੇਟ ਕਰੂਗੀ ਕਿ ਇਹਦੇ 'ਚ ਦੱਸੋ ਕਿਹੜੀ ਲਾਈਨ ਗਲਤ ਹੈ। ਔਰ ਦੂਜੀ ਗੱਲ, ਤੁਸੀਂ ਪ੍ਰੈਸ ਵਾਲੇ ਵੀਰਾਂ ਦੇ ਥਰੂ ਮੈਂ ਸੱਦਾ ਦੇਣਾ ਚਾਹੁੰਦਾ ਕਿ ਜਿੰਨੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਪੰਜਾਬ ਦੇ ਵਿੱਚ, ਉਹਨਾਂ ਦਾ ਇੱਕ ਨੁਮਾਇੰਦਾ ਇੱਕ ਆਪਣਾ ਸਾਂਝਾ ਪ੍ਰੋਗਰਾਮ ਜਿਹੜਾ ਤੈਅ ਕਰਕੇ ਸੰਪਰਕ ਕਰੋ। ਤੁਸੀਂ ਜਦੋਂ ਕਹੋਗੇ, ਕੱਲ ਪਰਸੋਂ ਚੌਥੇ ਜਿਸ ਦਿਨ ਕਰੋਗੇ, ਖੇਤੀਬਾੜੀ ਮਿਨਿਸਟਰ ਨਾਲ ਆਪਾਂ ਬੈਠ ਕੇ, FCI ਸਾਹਿਬ ਦੇ ਮਿਨਿਸਟਰ ਦੇ ਨਾਲ ਵੀ ਵਿੱਚ ਹੀ ਉਹਨਾਂ ਨੂੰ ਸੱਦ ਲਾਂਗੇ, ਉਸ ਗੱਲ ਤੇ ਬੈਠ ਕੇ ਜਿਹੜੇ ਪੁਆਇੰਟ ਤੇ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕਿਉਂਕਿ ਕਾਨੂੰਨ ਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਸਾਰਾ ਹੀ ਕਾਨੂੰਨ ਵਾਪਸ ਹੋ ਜਾਵੇ। ਉਹਦੇ ਵਿੱਚ ਜਿਹੜੀ ਕੋਈ ਲਾਈਨ ਲੱਗਦੀ ਹੈ ਕਿ ਇਹਦੇ ਨਾਲ ਕਿਸਾਨ ਨੂੰ ਨੁਕਸਾਨ ਹੁੰਦਾ, ਉਸ ਤੇ ਡਿਬੇਟ ਕਰਕੇ ਆਪਾਂ ਮਿਨਿਸਟਰ ਸਾਹਿਬ ਨਾਲ, ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ, ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਆਓ ਕਿਸਾਨਾਂ ਦੇ ਹਿੱਤਾਂ ਦੇ ਲਈ ਜੇ ਕੋਈ ਗੱਲ ਕਰਨੀ ਚਾਹੁੰਦੇ ਹੋ, ਆਓ ਆਪਾਂ ਸਰਕਾਰ ਦੇ ਨਾਲ ਬੈਠ ਕੇ, ਮੈਂ ਉਸ ਗੱਲ ਦੇ ਵਿੱਚ ਚੱਲੂੰਗਾ, ਨਾਲ ਚੱਲੂੰਗਾ। ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਜਿਹੜੇ ਸੂਬੇ ਦੇ ਭਾਜਪਾ ਦੇ, ਉਹਨਾਂ ਦੇ ਥਰੂ ਜਾ ਕੇ ਆਪਾਂ ਉਹ ਗੱਲ ਹੱਲ ਕਰਵਾਵਾਂਗੇ ਜੇ ਕੋਈ ਅਜਿਹਾ ਮਸਲਾ ਲੱਗਦਾ। ਜੇ ਗੱਲ ਜਿਵੇਂ ਕਿ ਅਡਾਨੀ ਹੋ ਗਏ, ਅਵਾਨੀਆਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਵੀ ਉਹ ਕਿਸਾਨਾਂ ਦੀਆਂ ਜ਼ਮੀਨਾਂ ਦੱਬ ਲੈਣਗੇ ਕੰਟਰੈਕਟ ਕਰਕੇ, ਕੀ ਤੁਹਾਨੂੰ ਲੱਗਦਾ ਵੀ ਜੇ ਉਰੇ ਆ ਜਾਂਦੇ ਨੇ ਉਹ ਕਿਸਾਨਾਂ ਨਾਲ ਕਰਨਗੇ? ਕੀ ਹੈਗਾ ਇਹ ਆਰਡੀਨੈਂਸ ਦੇ ਵਿੱਚ, ਕੀ ਤੁਸੀਂ ਦੱਸਣਾ ਚਾਹੁੰਦੇ?
ਇਸ ਆਰਡੀਨੈਂਸ ਤੇ ਇਹਦੇ ਬਾਰੇ ਟੋਟਲ ਗਲਤ ਗੁੰਮਰਾਹ ਕੀਤਾ ਜਾ ਰਿਹਾ, ਕਿਉਂਕਿ ਕਾਨੂੰਨ ਦੇ ਵਿੱਚ ਜੋ ਸ਼ਬਦ ਲਿਖਿਆ ਜਾਂਦਾ ਹੈ ਉਸ ਨੂੰ ਕੋਈ ਮਿਟੇ ਨਹੀਂ ਸਕਦਾ। ਉਹਦੇ 'ਚ ਸਪਸ਼ਟ ਲਿਖਿਆ ਗਿਆ ਕਿ ਜੇ ਕੋਈ ਕੰਟਰੈਕਟ ਕਰੂਗਾ, ਕੱਲੇ ਅਡਾਨੀਆਂ ਬਾਨੀਆਂ ਨੇ ਨਹੀਂ ਕੰਟਰੈਕਟ ਕਰਨਾ, ਹੋਰ ਏਜੰਸੀਜ਼ ਨੇ ਵੀ ਆ ਕੇ ਕਿਸਾਨਾਂ ਨਾਲ ਜੇ ਕੰਟਰੈਕਟ ਕਰਨਗੀਆਂ ਤੇ ਉਹ ਕੰਟਰੈਕਟ ਜ਼ਮੀਨ ਤੇ ਨਹੀਂ ਹੋਊਗਾ, ਉਹ ਕੰਟਰੈਕਟ ਜਿਹੜਾ ਕਿਸਾਨ ਦੀ ਫਸਲ ਤੇ ਹੋਊਗਾ, ਨਾ ਕਿ ਜ਼ਮੀਨ ਤੇ ਹੋਊਗਾ। ਉਸ ਕਾਨੂੰਨ ਦੇ ਵਿੱਚ ਇਹ ਵੀ ਲਿਖਿਆ ਕਿ ਜੇ ਕਿਸੇ ਕਿਸਾਨ ਨੇ ਕਿਸੇ ਵਪਾਰੀ ਦਾ ਜਾਂ ਕਿਸੇ ਏਜੰਸੀ ਦਾ ਕੋਈ ਰੁਪਈਆਂ ਦਾ ਲੈਣ ਦੇਣ ਵੀ ਹੈ, ਤਾਂ ਵੀ ਉਹ ਏਜੰਸੀ ਜਾਂ ਜੋ ਵਪਾਰੀ ਕਿਸਾਨ ਦੀ ਜ਼ਮੀਨ ਨਹੀਂ ਕਿਤੇ ਵੀ ਲਿਖਾ ਸਕੂਗਾ, ਉਹ ਪੈਸਿਆਂ ਦਾ ਇੱਕ ਅਲੱਗ ਲੈਣ ਦੇਣ ਚੱਲ। ਸੋ ਇਸ ਤਰ੍ਹਾਂ ਦਾ ਲਿਖਿਆ, ਉਹਨੂੰ ਟੋਟਲ ਕਿਸਾਨਾਂ ਦੇ ਵਿੱਚ ਜਾ ਕੇ ਪ੍ਰਭਾਵਿਤ ਦਿੱਤਾ ਜਾ ਰਿਹਾ ਕਿ ਇਹਨਾਂ ਨੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣੇ ਆ। ਉਲਟਾ ਸਾਡੀਆਂ ਜ਼ਮੀਨਾਂ ਇਸ ਕਾਨੂੰਨ ਦੇ ਨਾਲ ਸੇਫ ਕੀਤੀਆਂ ਕਿ ਸਾਡੀ ਜ਼ਮੀਨ ਹੁਣ ਕਿਸੇ ਵੀ ਪੈਸੇ ਲੈਣ ਦੇਣ ਦੇ ਵਿੱਚ ਵੀ ਲਿਖੀ ਨਹੀਂ ਜਾਊਗੀ। ਇਹ ਸੈਂਟਰ ਦੀ ਗਵਰਨਮੈਂਟ ਨੇ ਪ੍ਰਬੰਧ ਕੀਤਾ। ਜਿਵੇਂ ਕਿ ਤੁਸੀਂ ਰਾਜਨੀਤੀ ਦੀ ਗੱਲ ਕਰ ਰਹੇ ਹੋ ਵੀ ਰਾਜਨੀਤੀ ਕਰ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਵੀ 117 ਸੀਟਾਂ ਲੜਨ ਦੀ ਗੱਲ ਕਰੀਏ, ਜੇ ਪਿੰਡਾਂ 'ਚ ਉਹਨਾਂ ਨੂੰ ਬਣਨ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ, ਕਿਵੇਂ ਤੁਸੀਂ ਕਿਸਾਨਾਂ ਨੂੰ ਸਮਝਾ ਪਾਏਂਗੇ ਹੋ ਜਾਂ ਨਹੀਂ ਸਮਝਾ ਪਾਉਂਦੇ? ਇਹ ਤੁਸੀਂ ਕਿਵੇਂ ਅੱਗੇ ਤੋਂ ਆਪਣਾ ਜਿਹੜਾ ਪਿੰਡਾਂ 'ਚ ਜਾ ਕੇ ਵੜੇਂਗੇ? ਰਾਜਨੀਤੀ ਤੁਸੀਂ ਵੀ ਕਰਨੀ ਹੈ, ਇਲੈਕਸ਼ਨਾਂ ਤੁਸੀਂ ਵੀ ਲੜਨੀਆਂ ਨੇ। ਦੇਖੋ, ਭਾਰਤੀ ਜਨਤਾ ਪਾਰਟੀ ਜਿਹੜੀ ਕੈਡਰ ਬੇਸ ਪਾਰਟੀ ਹੈ, ਇਹ ਕਦੇ ਵੀ ਜੇ ਕੋਈ ਇਹਨਾਂ ਚੀਜ਼ਾਂ ਤੋਂ ਪਿੱਛੇ ਨਹੀਂ ਹਟਦੀ ਹੁੰਦੀ। ਦੇਸ਼ ਦੇ ਹਿੱਤ 'ਚ ਜਿਹੜੀਆਂ ਚੀਜ਼ਾਂ, ਦੇਸ਼ ਦੇ ਲੋਕਾਂ ਦੇ ਹਿੱਤ 'ਚ ਜਿਹੜੀਆਂ ਚੀਜ਼ਾਂ, ਉਹਦੇ ਤੋਂ ਇਹ ਕਦੇ ਪਿੱਛੇ ਨਹੀਂ ਹਟੂਗੀ। ਤੇ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਆ, ਆਉਣ ਵਾਲੇ 1-2 ਦਿਨਾਂ ਦੇ ਵਿੱਚ ਸੂਬੇ ਦੇ ਵੱਲੋਂ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਵੱਲੋਂ ਇਸ ਤਰ੍ਹਾਂ ਦੀ ਸ਼ਾਇਦ ਡਰਾਈਵ ਚਲਾਈ ਜਾਊਗੀ ਕਿ ਸਾਡੇ ਸਾਰੇ ਵਰਕਰ ਪਿੰਡਾਂ ਦੇ ਵਿੱਚ ਜਾ ਕੇ, ਲੋਕਾਂ ਦੇ ਵਿੱਚ ਬੈਠ ਕੇ, ਉਹਨਾਂ ਨਾਲ ਆਪਣੇ ਭਰਾਵਾਂ ਦੇ ਵਿੱਚ ਬੈਠ ਕੇ, ਕਿਉਂਕਿ ਅਸੀਂ ਆਪਣੇ ਘਰਾਂ 'ਚ ਜਾਣਾ, ਆਪਣੇ ਭਰਾਵਾਂ 'ਚ ਜਾਣਾ ਹੈ। ਅਸੀਂ ਕੋਈ ਪਾਕਿਸਤਾਨ 'ਚ ਤੋਂ ਜਾਣਾ ਨਹੀਂ ਜਾਂ ਕੋਈ ਚਾਈਨਾ 'ਚ ਤੋਂ ਜਾਣਾ ਨਹੀਂ ਜਿੱਥੇ ਸਾਨੂੰ ਜਾਣ ਤੇ ਪਾਬੰਦੀ ਹੋਊਗੀ। ਅਸੀਂ ਉਹਨਾਂ 'ਚ ਬੈਠ ਕੇ ਉਹਨਾਂ ਨਾਲ ਇਸ ਗੱਲ ਤੇ ਡਿਸਕਸ ਕਰਾਂਗੇ। ਸਾਡੀ ਪਾਰਟੀ ਵੱਲੋਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਡਰਾਈਵ ਸ਼ੁਰੂ ਕੀਤੀ ਜਾ ਰਹੀ ਹੈ। ਅਸੀਂ ਗੱਲਬਾਤ ਕੀਤੀ ਸੀ ਚੀਮਾ ਜੀ ਨਾਲ, ਉਹਨਾਂ ਦਾ ਕਹਿਣਾ ਹੈ ਕਿ ਸਾਡੀ ਭਾਜਪਾ ਦੀ ਕੁਝ ਗਲਤੀ ਜ਼ਰੂਰ ਰਹੀ ਹੈ ਜਿਹੜੀ ਅਸੀਂ ਕਿਸਾਨਾਂ ਤੱਕ ਪਹਿਲਾਂ ਪਹੁੰਚ ਨਹੀਂ ਕਰ ਸਕੇ, ਪਰ ਹੁਣ ਅਸੀਂ ਇੱਕ ਡਰਾਈਵ ਚਲਾਵਾਂਗੇ ਤੇ ਉਹਨਾਂ ਤੱਕ ਜਾਵਾਂਗੇ, ਉਹਨਾਂ ਨੂੰ ਸਾਰੇ ਆਰਡੀਨੈਂਸ ਬਾਰੇ ਸਮਝਾਇਆ ਜਾਊਗਾ ਤੇ ਪੰਜਾਬੀ ਦੇ ਵਿੱਚ ਵੀ ਜਿਹੜਾ ਬਿੱਲ ਆ ਉਹਦੀਆਂ ਕਾਪੀਆਂ ਕਿਸਾਨਾਂ ਨੂੰ ਦਵਾਂਗੇ ਵੀ ਉਹਨਾਂ ਦੇ ਕੋਈ ਖਿਲਾਫ ਬਿੱਲ ਨਹੀਂ ਹੈ, ਉਹਨਾਂ ਦੇ ਹੱਕ ਦੇ ਵਿੱਚ ਵੀ ਹੈ। ਜੇ ਕੋਈ ਉਹਨਾਂ ਨੂੰ ਘਾਟ ਲੱਗਦੀ ਹੋਊਗੀ ਉਹਨੂੰ ਪੂਰੀ ਕੀਤੀ ਜਾਊਗੀ। ਹੁਣ ਦੇਖਣਾ ਹੋਵੇਗਾ ਕੀ ਕਿਸਾਨ ਇਹਨਾਂ ਦੀਆਂ ਗੱਲਾਂ ਸੁਣਦੇ ਨੇ ਜਾਂ ਨਹੀਂ ਸੁਣਦੇ। ਹੁਣ ਤਾਂ ਇਹ ਸਮਾਂ ਹੀ ਦੱਸੇਗਾ। ਵਿਪਨ ਭਾਰਦਵਾਜ, ਜਗਬਾਣੀ ਟੀਵੀ।